ਹੋਵੇਗੀ ਕਿ ਅੱਜ ਬੇਸ਼ੱਕ ਦਿੱਲੀ ਇਸ ਅੰਦੋਲਨ ਦੇ ਵਿੱਚ ਪੰਜਾਬ ਤੋਂ ਇਲਾਵਾ ਹਰਿਆਣਾ, ਉੱਤਰ ਪ੍ਰਦੇਸ਼, ਰਾਜਸਥਾਨ ਦੇ ਕਿਸਾਨ ਜਥੇਬੰਦੀਆਂ ਜਿਹੜੀਆਂ ਉਹ ਵੀ ਸ਼ਾਮਲ ਨੇ, ਉਹ ਵੀ ਅੰਦੋਲਨ ਦੇ ਵਿੱਚ ਸ਼ਾਮਲ ਹੋ ਚੁੱਕੀਆਂ ਨੇ। ਸੋ ਇਹ ਗੱਲ ਡੈਫੀਨੇਟਲੀ ਇਹ ਗੱਲ ਸੋਚਣ ਵਾਲੀ ਹੈ ਕਿ ਜੇਕਰ ਅੱਜ ਕੇਂਦਰ ਸਰਕਾਰ ਇਹਨਾਂ ਸੋਧਾਂ ਨੂੰ ਮੰਨੀ ਹੈ ਜਾਂ ਉਹਨਾਂ ਨੇ ਪ੍ਰਸਤਾਵ ਰੱਖੇ ਨੇ ਤਾਂ ਉਹਨਾਂ ਨੂੰ ਸ਼ਾਇਦ ਇਹ ਪ੍ਰਸਤਾਵ ਬਹੁਤ ਪਹਿਲਾਂ ਹੀ ਰੱਖ ਦੇਣੇ ਚਾਹੀਦੇ ਸੀ, ਜਾਂ ਜਦੋਂ ਤੋਂ ਇਹ ਅੰਦੋਲਨ ਸ਼ੁਰੂ ਹੋਇਆ, ਜਦੋਂ ਤੋਂ ਪੰਜਾਬ ਦੇ ਵਿੱਚ ਅੰਦੋਲਨ ਸ਼ੁਰੂ ਹੋਇਆ, ਰੇਲਾਂ ਰੋਕੀਆਂ ਗਈਆਂ, ਧਰਨੇ ਲੱਗੇ, ਟੋਲ ਪਲਾਜ਼ਿਆਂ ਉੱਤੇ ਧਰਨੇ ਲਾਏ ਗਏ, ਉਦੋਂ ਤੋਂ ਹੀ ਸੈਂਟਰ ਸਰਕਾਰ ਨੂੰ ਸ਼ਾਇਦ ਇਸ ਸੰਬੰਧੀ ਗੰਭੀਰਤਾ ਦੇ ਨਾਲ ਸੋਚਣ ਦੀ ਲੋੜ ਸੀ। ਕਿਤੇ ਨਾ ਕਿਤੇ ਉਹਨਾਂ ਨੇ ਇਸ ਗੱਲ ਨੂੰ ਨਜ਼ਰ ਅੰਦਾਜ਼ ਕੀਤਾ ਤੇ ਇਹ ਅੰਦੋਲਨ ਜਿਹੜਾ ਆ ਉਹ ਪੰਜਾਬ ਤੋਂ ਉੱਠਿਆ ਅੰਦੋਲਨ ਜਿਹਦੇ ਵਿੱਚ ਦੂਜੀਆਂ ਸਟੇਟਾਂ ਵੀ ਸ਼ਾਮਲ ਹੋ ਚੁੱਕੀਆਂ, ਉਹ ਦਿੱਲੀ ਤੱਕ ਪਹੁੰਚਿਆ। ਸੋ ਕਿਤੇ ਨਾ ਕਿਤੇ ਕੇਂਦਰ ਸਰਕਾਰ ਨੇ ਇਸ ਚੀਜ਼ ਨੂੰ ਪਹਿਲਾਂ ਨਜ਼ਰ ਅੰਦਾਜ਼ ਕੀਤਾ, ਜਿਹਦਾ ਖਮਿਆਜ਼ਾ ਕਿ ਅੱਜ ਉਹਨਾਂ ਨੂੰ ਇਹ ਗੱਲ ਮੰਨਣੀ ਪਈ ਹੈ ਕਿ ਹਾਂ ਆਹ ਸੋਧਾਂ ਜਿਹੜੀਆਂ ਆ ਉਹ ਕੀਤੀਆਂ ਜਾ ਸਕਦੀਆਂ ਨੇ। ਜੀ ਹਰਨੇਕ ਜੀ, ਕਿਉਂਕਿ ਹੁਣ ਇਸ ਪੂਰੇ ਅੰਦੋਲਨ ਦੇ ਵਿੱਚ ਸੰਘਰਸ਼ ਦੇ ਵਿੱਚ ਸਿਰਫ ਇਕੱਲੇ ਪੰਜਾਬ ਦੇ ਕਿਸਾਨ ਨਹੀਂ, ਹੋਰ ਸੂਬਿਆਂ ਦੇ ਵੀ ਕਿਸਾਨ ਨੇ, ਤਾਂ ਅੱਜ ਜਿਹੜੀਆਂ ਇਹ ਸੋਧਾਂ ਕਿਸਾਨਾਂ ਦੇ ਲਈ ਰੱਖੀਆਂ ਗਈਆਂ ਨੇ ਕੇਂਦਰ ਦੇ ਵੱਲੋਂ, ਤਾਂ ਇਹ ਵੀ ਹੋ ਸਕਦਾ ਕਿ ਪੰਜਾਬ ਦੇ ਕਿਸਾਨ ਸ਼ਾਇਦ ਨਾ ਸਹਿਮਤ ਹੋਣ, ਹਰਿਆਣੇ ਦੇ ਹੋ ਜਾਣ ਜਾਂ ਹਰਿਆਣਾ ਨਹੀਂ ਤਾਂ ਕੇਰਲਾ ਦੇ ਹੋ ਜਾਣ, ਕਰਨਾਟਕਾ ਦੇ ਹੋ ਜਾਣ, ਤਾਂ ਇਹ ਚੀਜ਼ ਵੀ ਅੱਜ ਦੇ ਇਹਨਾਂ ਸੋਧਾਂ ਤੋਂ ਬਾਅਦ ਹੋ ਸਕਦੀ ਹੈ। ਜੀ ਬਿਲਕੁਲ, ਕਿਉਂਕਿ ਤਕਰੀਬਨ 30 ਤੋਂ ਉੱਪਰ 32 ਜਥੇਬੰਦੀਆਂ, ਕਿਸਾਨ ਦੀਆਂ ਜਥੇਬੰਦੀਆਂ ਜਿਹੜੀਆਂ ਆ ਉਹ ਇਸ ਸਮੇਂ ਦਿੱਲੀ ਦੇ ਵਿੱਚ ਸੰਘਰਸ਼ਸ਼ੀਲ ਦੇ ਅੰਦੋਲਨ ਦੇ ਵਿੱਚ ਜੂਝ ਰਹੀਆਂ, 32 ਤਕਰੀਬਨ ਜਥੇਬੰਦੀਆਂ ਜਿਹੜੀਆਂ ਆ। ਤੇ ਕੱਲ ਕੀ ਹੋਇਆ ਕਿ ਕੱਲ ਸ਼ਾਮ ਨੂੰ ਦੁਪਹਿਰੋਂ ਬਾਅਦ ਜਿਹੜਾ ਇੱਕ ਖਬਰ ਆਈ ਕਿ ਅਮਿਤ ਸ਼ਾਹ ਜੀ ਵੱਲੋਂ, ਸਾਡੇ ਗ੍ਰਹਿ ਮੰਤਰੀ ਵੱਲੋਂ ਜਿਹੜੀ ਆ ਉਹ 13 ਕਿਸਾਨ ਜਥੇਬੰਦੀਆਂ ਨਾਲ ਮੀਟਿੰਗ ਹੋਵੇਗੀ, ਜਿਹਦੇ ਵਿੱਚ ਪੰਜਾਬ ਦੀਆਂ 2 ਵੱਡੀਆਂ ਜਥੇਬੰਦੀਆਂ ਨੂੰ ਸੱਦਾ ਨਹੀਂ ਆਇਆ, ਉਗਰਾਹਾਂ ਜਥੇਬੰਦੀ ਨੂੰ ਸੱਦਾ ਨਹੀਂ ਆਇਆ। ਸੋ ਇਹ ਗੱਲ ਉਦੋਂ ਹੀ ਸਪਸ਼ਟ ਹੋ ਗਈ ਸੀ, ਜਾਂ ਇਸ ਗੱਲ ਦੇ ਸੰਕੇਤ ਮਿਲਣ ਲੱਗ ਪਏ ਸੀ ਕਿ ਸਰਕਾਰ ਜਿਹੜਾ ਆ ਉਹ ਰਾਜਨੀਤੀ, ਇਸ ਚੀਜ਼ ਉੱਤੇ ਰਾਜਨੀਤੀ ਕਰਨ ਲੱਗ ਪਈ ਹੈ। ਸ਼ਾਇਦ ਹੁਣ ਇਹ ਹੋ ਸਕਦਾ ਹੈ ਕਿ ਸਰਕਾਰ ਦੀ ਇਹ ਨੀਤੀ ਕਿਤੇ ਨਾ ਕਿਤੇ ਉਹਨਾਂ ਨੂੰ ਕਾਮਯਾਬ ਹੁੰਦੀ ਦਿਸ ਰਹੀ ਹੋਵੇ ਤੇ ਉਹ ਇਸ ਪ੍ਰਸਤਾਵਾਂ ਉੱਤੇ ਕਿਸਾਨ ਜਥੇਬੰਦੀਆਂ ਨੂੰ 2 ਟੁਕੜਿਆਂ ਵਿੱਚ, 2 ਭਾਗਾਂ ਵਿੱਚ ਵੰਡ ਦੇਵੇ। ਅੱਧੀਆਂ ਜਥੇਬੰਦੀਆਂ ਹੋ ਸਕਦਾ ਇਹਨਾਂ ਪ੍ਰਸਤਾਵਾਂ ਨੂੰ ਸਵੀਕਾਰ ਕਰਨ, ਅੱਧੀਆਂ ਹੋ ਸਕਦਾ ਨਾ ਕਰਨ। ਹੁਣ ਉਹ ਜਥੇਬੰਦੀਆਂ ਪੰਜਾਬ ਦੀਆਂ ਨੇ, ਉਹ ਜਥੇਬੰਦੀਆਂ ਹਰਿਆਣੇ ਦੀਆਂ ਨੇ, ਰਾਜਸਥਾਨ ਦੀਆਂ ਨੇ ਜਾਂ ਯੂਪੀ ਦੀਆਂ ਨੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਪਰ ਫਿਲਹਾਲ ਇਸ ਗੱਲ ਉੱਤੇ ਕੱਲ ਤੋਂ ਹੀ ਸੰਕੇਤ ਜਿਹੜੇ ਉਹ ਖਦਸ਼ੇ ਜ਼ਾਹਿਰ ਕੀਤੇ ਜਾ ਰਹੇ ਨੇ ਕਿ ਜੇਕਰ ਇਸ ਤੋਂ ਪਹਿਲਾਂ 5 ਮੀਟਿੰਗਾਂ ਜਿਹੜੀਆਂ ਹੋਈਆਂ ਸੀ ਉਹਨਾਂ ਦੇ ਵਿੱਚ ਸਾਰੀਆਂ ਜਥੇਬੰਦੀਆਂ ਨੂੰ ਸੱਦਾ ਆਇਆ ਸੀ, ਔਰ ਸਾਰੀਆਂ ਜਥੇਬੰਦੀਆਂ ਹੀ ਜਿਹੜੀਆਂ ਆ ਉਹ ਕੇਂਦਰੀ ਮੰਤਰੀ ਦੇ ਨਾਲ, ਖੇਤੀਬਾੜੀ ਮੰਤਰੀ ਦੇ ਨਾਲ ਮੀਟਿੰਗ ਦੇ ਲਈ ਗਈਆਂ ਸੀ। ਤੇ ਕੱਲ ਵਾਲੀ ਜੋ ਚਾਂਚਕ ਹੋਈ, ਇੱਕਦਮ ਹੋਈ ਮੀਟਿੰਗ ਜਿਹੜੀ ਆ ਗ੍ਰਹਿ ਮੰਤਰੀ ਨਾਲ ਹੋਈ ਮੀਟਿੰਗ ਦੇ ਵਿੱਚ ਜਿਹੜੀਆਂ ਉਹ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਜੇਕਰ ਸੱਦਾ ਨਹੀਂ ਆਇਆ ਤੇ ਸ਼ੰਕੇ ਉਦੋਂ ਹੀ ਉੱਠਣ ਲੱਗ ਪਏ ਸੀ ਕਿ ਕਿਤੇ ਨਾ ਕਿਤੇ ਇਸ ਚੀਜ਼ ਉੱਤੇ ਰਾਜਨੀਤੀ ਹੋਣੀ ਸ਼ੁਰੂ ਹੋ ਚੁੱਕੀ ਹੈ। ਜੀ ਹਰਨੇਕ ਜੀ, ਇਸ ਤੋਂ ਇਲਾਵਾ ਕਿਉਂਕਿ ਅੱਜ ਸਾਡੇ ਕੋਲ ਇਹ ਖਬਰ ਪਹੁੰਚ ਚੁੱਕੀ ਹੈ ਕਿ ਬੇਸ਼ੱਕ ਹਜੇ ਆਫੀਸ਼ੀਅਲੀ ਕਿਸਾਨਾਂ ਦੇ ਵੱਲੋਂ ਐਲਾਨ ਨਹੀਂ ਕੀਤਾ ਗਿਆ, ਪਰ ਇਸ ਪ੍ਰਸਤਾਵ ਨੂੰ ਰੱਦ ਜ਼ਰੂਰ ਕੀਤਾ ਜਾਏਗਾ ਪੰਜਾਬ ਦੇ ਕਿਸਾਨਾਂ ਦੇ ਵੱਲੋਂ, ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਪੰਜਾਬ ਦੀਆਂ ਨੇ। ਤਾਂ ਜੇਕਰ ਅੱਜ ਇਸ ਪ੍ਰਸਤਾਵ ਨੂੰ ਰੱਦ ਕਰ ਦਿੱਤਾ ਜਾਂਦਾ ਕਿਸਾਨਾਂ ਦੇ ਵੱਲੋਂ, ਤਾਂ ਇਸ ਤੋਂ ਬਾਅਦ ਫਿਰ ਕਿਸਾਨਾਂ ਦੇ ਕੋਲ ਕੀ ਵਿਕਲਪ ਬਚਦਾ ਹੈ? ਕਿਉਂਕਿ ਕਿਸਾਨ ਕਹਿ ਚੁੱਕੇ ਨੇ ਉਦੋਂ ਤੱਕ ਵਾਪਸ ਨਹੀਂ ਜਾਵਾਂਗੇ ਜਦੋਂ ਤੱਕ ਕਾਨੂੰਨ ਰੱਦ ਨਹੀਂ ਹੁੰਦੇ, ਤੇ ਦੂਜੇ ਪਾਸੇ ਸਰਕਾਰ ਦਾ ਕਹਿਣਾ ਕਿ ਕਾਨੂੰਨ ਅਸੀਂ ਰੱਦ ਨਹੀਂ ਕਰਨੇ। ਤਾਂ ਸੋਧਾਂ ਦੀ ਗੱਲ ਉਹਨਾਂ ਕਹੀ ਸੀ ਤੇ ਸੋਧ ਕਰਕੇ ਅੱਜ ਉਹਨਾਂ ਨੇ ਭੇਜ ਦਿੱਤੀ, ਪਰ ਜੇਕਰ ਹੁਣ ਕਿਸਾਨ ਨਹੀਂ ਮੰਨਦੇ ਤਾਂ ਉਸ ਤੋਂ ਬਾਅਦ ਫਿਰ ਕੀ ਸੰਘਰਸ਼ ਇਸੇ ਤਰ੍ਹਾਂ ਹੀ ਜਾਰੀ ਰਹੇਗਾ ਤੇ ਗੱਲਬਾਤ ਦਾ ਜਿਹੜਾ ਸਿਲਸਿਲਾ ਚੱਲਿਆ ਸੀ ਉਸ ਨੂੰ ਉਹ ਕਿਸ ਰੂਪਰੇਖਾ ਦੇ ਵਿੱਚ ਜਾਏਗਾ ਅੱਗੇ? ਇਸ ਟਾਈਮ ਇਹ ਅੰਦੋਲਨ ਔਰ ਸਰਕਾਰ ਦਾ ਜਿਹੜਾ ਪ੍ਰਸਤਾਵ, ਇਹ ਦੋਵੇਂ ਆਪੋ ਆਪਣੇ ਥਾਂ ਜਿਹੜਾ ਆ ਇੱਕ ਦੂਜੇ ਦੇ ਵਿਰੋਧੀ ਜਾਪ ਰਹੇ ਨੇ। ਕਿਉਂਕਿ ਇੱਕ ਪਾਸੇ ਜਥੇਬੰਦੀਆਂ ਨੇ, ਜ਼ਿਆਦਾਤਰ ਜਥੇਬੰਦੀਆਂ ਜਿਹੜੀਆਂ ਉਹ ਸ਼ੁਰੂ ਤੋਂ ਹੀ ਇਸ ਬਿੱਲ ਨੂੰ ਰੱਦ ਕਰਨ ਦੀ ਹਮਾਇਤ ਕਰ ਰਹੀਆਂ ਨੇ, ਰੱਦ ਕਰਨ ਦੀ ਮੰਗ ਕਰ ਰਹੀਆਂ ਨੇ। ਦੂਸਰੇ ਪਾਸੇ ਕੇਂਦਰ ਸਰਕਾਰ ਦਾ ਹਰ ਬਿਆਨ ਇਹ ਆ ਰਿਹਾ ਕਿ ਇਹ ਖੇਤੀ ਬਿੱਲ ਜਿਹੜੇ ਆ ਉਹ ਕਿਸਾਨ ਪੱਖੀ ਨੇ, ਇਸ ਨੂੰ ਮੁੱਢੋਂ ਰੱਦ ਨਹੀਂ ਕੀਤਾ ਜਾਵੇਗਾ। ਸੋ ਅੱਜ ਤੱਕ ਕਿਤੇ ਵੀ ਇਦਾਂ ਦਾ ਨਹੀਂ ਲੱਗਾ ਕਿ ਕੇਂਦਰ ਸਰਕਾਰ ਨੇ ਥੋੜੀ ਜਿਹੀ ਵੀ ਹਾਮੀ ਭਰੀ ਹੋਵੇ ਕਿ ਇਸ ਨੂੰ ਰੱਦ ਕਰਨ ਦੀ ਕੋਈ ਗੁੰਜਾਇਸ਼ ਹੈ। ਤੇ ਦੂਸਰੇ ਪਾਸੇ ਜਥੇਬੰਦੀਆਂ ਦੀ ਹਮੇਸ਼ਾ ਇਹ ਮੰਗ ਰਹੀ ਹੈ ਕਿ ਇਸ ਨੂੰ ਰੱਦ ਹੀ ਕੀਤਾ ਜਾਵੇ। ਇਹਨਾਂ ਬਿੱਲਾਂ ਨੂੰ ਰੱਦ ਕਰਨ ਤੋਂ ਉਰੇ ਦੀ ਕੋਈ ਵੀ ਜਿਹੜੀ ਤਜਵੀਜ਼ ਆ ਉਹ ਸਵੀਕਾਰ ਨਹੀਂ ਕੀਤੀ ਜਾਵੇਗੀ। ਸੋ ਜੇਕਰ ਅੱਜ ਇਹਨਾਂ ਪ੍ਰਸਤਾਵਾਂ ਨੂੰ ਜਥੇਬੰਦੀਆਂ ਰੱਦ ਕਰਦੀਆਂ ਨੇ, ਸਾਰੀਆਂ ਜਥੇਬੰਦੀਆਂ ਰੱਦ ਕਰਦੀਆਂ ਨੇ, ਤੇ ਹੋ ਸਕਦਾ ਕਿ ਇਹ ਸੰਘਰਸ਼ ਜਿਹੜਾ ਆ ਉਹ ਹੋਰ ਵੀ ਲੰਮਾ ਜਾਵੇ, ਹੋਰ ਵੀ ਅੱਗੇ ਜਾਵੇ। ਕਿਉਂਕਿ ਜੇਕਰ ਇਸ ਮੁੱਦੇ ਉੱਤੇ, ਇਸ ਪ੍ਰਸਤਾਵਤ ਤਜਵੀਜ਼ਾਂ ਦੇ ਉੱਤੇ ਜਥੇਬੰਦੀਆਂ 2 ਹਿੱਸਿਆਂ ਵਿੱਚ ਨਹੀਂ ਵੰਡੀਆਂ ਜਾਂਦੀਆਂ, ਉਹ ਸਿਰਫ ਆਪਣੇ ਬਿਆਨ ਤੇ ਵਜੀਦ ਰਹਿੰਦੀਆਂ ਨੇ ਕਿ ਇਹਨਾਂ ਬਿੱਲਾਂ ਨੂੰ ਰੱਦ ਹੀ ਕੀਤਾ ਜਾਵੇ, ਤੇ ਡੈਫੀਨੇਟਲੀ ਇਹ ਸੰਘਰਸ਼ ਹੋਰ ਲੰਮਾ ਹੋਵੇਗਾ।
ਜੀ ਹਰੇਕ ਜੀ, ਆਖਰੀ ਸਵਾਲ, ਕਿਉਂਕਿ ਅੰਤ ਦੇ ਵਿੱਚ ਜਦੋਂ ਇਹ ਪ੍ਰਸਤਾਵ ਪੂਰਾ ਲਿਖਿਆ ਗਿਆ ਉਸ ਦੇ ਅੰਤ ਦੇ ਵਿੱਚ ਜ਼ਰੂਰ ਇਹ ਗੱਲ ਲਿਖੀ ਗਈ ਕਿ ਅਸੀਂ ਸੌਦਾ ਤੁਹਾਨੂੰ ਦੇ ਰਹੇ ਹਾਂ, ਪਰ ਨਾਲ ਦੀ ਨਾਲ ਅਪੀਲ ਵੀ ਕਰਦੇ ਹਾਂ ਕਿ ਜਲਦ ਅੰਦੋਲਨ ਖਤਮ ਕਰ ਦਿੱਤਾ ਜਾਵੇ ਤੇ ਸਾਰੇ ਕਿਸਾਨ ਆਪਣੇ ਆਪਣੇ ਘਰਾਂ ਨੂੰ ਪਰਤ ਜਾਣ। ਤੇ ਇਸ ਤੋਂ ਇਲਾਵਾ ਬੇਸ਼ੱਕ ਸੌਦਾ ਦੀ ਗੱਲ ਕੀਤੀ ਗਈ ਹੈ, ਪਰ ਨਾਲ ਦੀ ਨਾਲ ਇਹ ਵੀ ਕਿਹਾ ਗਿਆ ਕਿ ਅਸੀਂ ਇਸ ਬਾਰੇ ਵਿਚਾਰ ਚਰਚਾ ਕਰਾਂਗੇ। ਤਾਂ ਵਿਚਾਰ ਚਰਚਾ ਹਜੇ ਵੀ ਸੈਂਟਰ ਸਰਕਾਰ ਦੇ ਵੱਲੋਂ ਵੀ ਇਹ ਕਿਹਾ ਜਾ ਸਕਦਾ ਕਿ ਸੈਂਟਰ ਸਰਕਾਰ ਦੇ ਵੱਲੋਂ ਵੀ ਕੁਝ ਫਾਈਨਲ ਨਹੀਂ ਹੈ, ਸਾਰੀ ਗੱਲ ਵਿਚਾਰ ਚਰਚਾ ਦੇ ਉੱਤੇ ਹੀ ਅਟਕੀ ਹੋਈ ਹੈ। ਜੋ ਵੀ ਇਹ ਸੋਧਾਂ ਪ੍ਰਸਤਾਵਿਤ ਤਜਵੀਜ਼ਾਂ ਕੇਂਦਰ ਸਰਕਾਰ ਨੇ ਕਿਸਾਨ ਜਥੇਬੰਦੀਆਂ ਨੂੰ ਭੇਜੀਆਂ, ਉਹ ਉਦੋਂ ਹੀ ਫਾਈਨਲਾਈਜ਼ ਹੋਣਗੀਆਂ, ਉਹ ਵਿਵਹਾਰਿਕ ਰੂਪ ਵਿੱਚ ਲਾਗੂ ਹੋਣਗੀਆਂ ਜਦੋਂ ਜਿਹੜਾ ਆ ਉਹ ਸੰਸਦ ਦਾ ਸਦਨ ਬੁਲਾ ਕੇ ਉੱਥੇ ਜਿਹੜਾ ਆ ਬਿੱਲ, ਨਵਾਂ ਬਿੱਲ ਪੇਸ਼ ਕੀਤਾ ਜਾਊਗਾ ਔਰ ਉਹਨੂੰ ਜਿਹੜਾ ਆ ਉਹ ਪਾਸ ਕੀਤਾ ਜਾਵੇ। ਉਸ ਤੋਂ ਬਾਅਦ ਮਾਨਯੋਗ ਭਾਰਤ ਦੇ ਰਾਸ਼ਟਰਪਤੀ ਜੀ ਉਸ ਉੱਤੇ ਮੋਹਰ ਲਾਉਣ ਤੇ ਉਸ ਤੋਂ ਬਾਅਦ ਇਹ ਜਿੰਨੀਆਂ ਵੀ ਤਜਵੀਜ਼ਾਂ, ਜੇ ਇਸ ਦੇ ਵਿੱਚ ਅੱਗੇ ਹੋਰ ਗੱਲ ਚੱਲਦੀ ਹੈ ਤਾਂ ਜਿਹੜੀਆਂ ਤਜਵੀਜ਼ਾਂ ਵਿਹਾਰਕ ਰੂਪ ਦੇ ਵਿੱਚ ਲਾਗੂ ਹੋਣਗੀਆਂ। ਫਿਲਹਾਲ ਕੇਂਦਰ ਸਰਕਾਰ ਇਹ ਕਹਿ ਰਹੀ ਹੈ ਕਿ ਅਸੀਂ ਲਿਖਤੀ ਤੌਰ ਦੇ ਉੱਤੇ ਇਹਨਾਂ ਤਜਵੀਜ਼ਾਂ ਦੇ ਨਾਲ ਤੁਹਾਨੂੰ ਭਰੋਸਾ ਦੇਵਾਂਗੇ ਔਰ 1 ਮਹੀਨੇ ਦੇ ਵਿੱਚ ਇਹ ਸਾਰੀਆਂ ਤਜਵੀਜ਼ਾਂ ਜਿਨ੍ਹਾਂ ਉੱਤੇ ਸਹਿਮਤੀ ਬਣੇਗੀ ਉਹ SDM ਆਫਿਸਾਂ ਦੇ ਵਿੱਚ ਅਸੀਂ ਉਪਲਬਧ ਕਰਾਵਾਂਗੇ। ਸੋ ਜੇਕਰ ਇਹਨਾਂ ਚੀਜ਼ਾਂ ਉੱਤੇ ਕੇਂਦਰ ਸਰਕਾਰ, ਇਹਨਾਂ ਤਜਵੀਜ਼ਾਂ ਉੱਤੇ ਕੇਂਦਰ ਸਰਕਾਰ ਖੜਦੀ ਹੈ ਜਾਂ ਕਿਸਾਨ ਜਥੇਬੰਦੀਆਂ ਇਹਨਾਂ ਨੂੰ ਸਵੀਕਾਰਦੀਆਂ ਨੇ ਤੇ ਇਹ ਬਿੱਲ ਨਵਾਂ ਬਿੱਲ ਬਣੇਗਾ, ਡਰਾਫਟ ਬਣੇਗਾ, ਪੇਸ਼ ਹੋਵੇਗਾ। ਉਸ ਤੋਂ ਬਾਅਦ ਜਿਹੜਾ ਆ ਇਹ ਬਿੱਲ ਜਿਹੜਾ ਰਾਸ਼ਟਰਪਤੀ ਜੀ ਦੀ ਮੋਹਰ ਤੋਂ ਬਾਅਦ ਹੀ ਜਿਹੜਾ ਪਾਸ ਹੋਵੇਗਾ। ਸੋ ਇਹ ਦੇਖਣ ਵਾਲਾ ਸਮਾਂ ਹੈ। ਬੇਸ਼ੱਕ ਕਿ ਪਹਿਲਾਂ ਵੀ ਇਸ ਤਰ੍ਹਾਂ ਬਹੁਤ ਵਾਰ ਜਿਹੜਾ ਬਿੱਲਾਂ ਦੇ ਵਿੱਚ ਸੋਧ ਹੁੰਦੀਆਂ ਰਹੀਆਂ ਹੈਗੀਆਂ ਆ ਔਰ ਹੁਣ ਜਿਹੜਾ ਕਿਉਂਕਿ ਸੰਘਰਸ਼ ਜਿਹੜਾ ਆ ਉਹ ਸਿਰਫ ਇੱਕ ਸਟੇਟ ਤੱਕ ਨਹੀਂ ਹੈ, ਇਹ ਇੱਕ ਸਟੇਟ ਤੋਂ ਦੂਜੀਆਂ ਸਟੇਟਾਂ ਤੱਕ ਵੀ ਪਹੁੰਚ ਚੁੱਕਿਆ ਹੈ। ਸੋ ਇਸ ਕਰਕੇ ਇਹ ਇੱਕ ਬਹੁਤ ਵੱਡਾ ਇਸ ਸਮੇਂ ਦਾ ਮੁੱਦਾ ਹੈ ਔਰ ਵਾਰ-ਵਾਰ ਕੇਂਦਰ ਸਰਕਾਰ ਜਿਹੜਾ ਹੈ ਉਹ ਕਹਿ ਰਹੀ ਹੈ, ਖਾਸ ਤੌਰ ਤੇ ਖੇਤੀਬਾੜੀ ਮੰਤਰੀ ਨੇ 2-3 ਦਿਨ ਪਹਿਲਾਂ ਇਹ ਬਿਆਨ ਆਇਆ ਸੀ, ਜਿਸ ਦਿਨ ਮੀਟਿੰਗ ਸੀ, ਕਿਸਾਨ ਜਥੇਬੰਦੀਆਂ ਨੂੰ ਕਿਹਾ ਸੀ ਕਿ ਤੁਸੀਂ ਆਪਣੇ ਬੱਚਿਆਂ ਨੂੰ ਔਰ ਬਜ਼ੁਰਗਾਂ ਨੂੰ ਜਿਹੜਾ ਆ ਉਹ ਵਾਪਸ ਆਪਣੇ ਘਰਾਂ ਦੇ ਵਿੱਚ ਭੇਜੋ। ਸੋ ਕਿਤੇ ਨਾ ਕਿਤੇ ਕੇਂਦਰ ਸਰਕਾਰ ਚਾਹੁੰਦੀ ਹੈ ਕਿ ਇਹ ਅੰਦੋਲਨ ਜਿਹੜਾ ਆ ਉਹ ਖਤਮ ਹੋਵੇ। ਜੀ ਕਿਉਂਕਿ ਤੁਸੀਂ ਕਿਹਾ ਕਿ ਇਸ ਨੂੰ ਵਾਪਸ ਫਿਰ ਸੰਸਦ ਦੇ ਵਿੱਚੋਂ ਪਾਸ ਕਰਨਾ ਪਏਗਾ, ਤਾਂ ਜੇਕਰ ਅੱਜ ਇਹ ਗੱਲਾਂ ਹੋ ਵੀ ਜਾਂਦੀਆਂ ਨੇ, ਇਸ ਤੋਂ ਬਾਅਦ ਸਹਿਮਤੀ ਵੀ ਬਣ ਜਾਂਦੀ ਹੈ, ਤਾਂ ਕੀ ਇਹ ਵੀ ਹੋ ਸਕਦਾ ਕਿ ਜਦੋਂ ਇਸ ਗੱਲ ਸੰਸਦ ਤੱਕ ਪਹੁੰਚੇ ਤਾਂ ਉਸ ਤੋਂ ਬਾਅਦ ਫਿਰ ਇਸ ਦੇ ਵਿੱਚ ਕੋਈ ਨਵਾਂ ਚੇਂਜ ਆ ਜਾਵੇ? ਬਿਲਕੁਲ ਕੁਛ ਵੀ, ਕਿਉਂਕਿ ਜਿੰਨਾ ਚਿਰ ਪੂਰੀਆਂ ਸੋਧਾਂ ਜਿਹੜੀਆਂ ਆ, ਪ੍ਰਸਤਾਵਿਤ ਤਜਵੀਜ਼ਾਂ ਜਿਹੜੀਆਂ ਆ ਉਹ ਕਾਨੂੰਨੀ ਰੂਪ ਦੇ ਵਿੱਚ ਸ਼ਕਲ ਨਹੀਂ ਲੈ ਲੈਂਦੀਆਂ, ਕਾਨੂੰਨੀ ਰੂਪ ਦੇ ਵਿੱਚ ਜਿਹੜੀਆਂ ਆ ਉਹ ਪਾਸ ਨਹੀਂ ਹੋ ਜਾਂਦੀਆਂ, ਉਨੇ ਚਿਰ ਤੱਕ ਕਿਸੇ ਵੀ ਚੀਜ਼ ਉੱਤੇ ਤੌਖਲੇ ਜਿਹੜੇ ਉਹ ਬਰਕਰਾਰ ਰਹਿਣਗੇ। ਬੇਸ਼ੱਕ ਇਸ ਤਰ੍ਹਾਂ ਦੇ ਚਾਂਸਸ ਬਹੁਤ ਘੱਟ ਹੁੰਦੇ ਆ, ਕਿਉਂਕਿ ਜੇਕਰ ਲਿਖਤੀ ਤੌਰ ਦੇ ਉੱਤੇ ਕੇਂਦਰ ਸਰਕਾਰ ਜਿਹੜੀ ਕੋਈ ਤਜਵੀਜ਼ ਰੱਖਦੀ ਹੈ ਤੇ ਉਹਨੂੰ ਆਪਣੀ ਗੱਲ ਦੇ ਉੱਤੇ ਖੜਨਾ ਪੈਂਦਾ ਹੈ। ਬੇਸ਼ੱਕ ਇਹੋ ਜੀ ਸ਼ੰਕਾਵਾਂ ਬਹੁਤ ਘੱਟ ਨੇ ਕਿ ਕੇਂਦਰ ਸਰਕਾਰ ਅੱਜ ਜੋ ਲਿਖਤੀ ਦੇ ਰਹੀ ਹੈ ਕੱਲ ਨੂੰ ਉਸ ਤੋਂ ਪਿੱਛੇ ਹਟ ਜਾਵੇ। ਹਾਲਾਂਕਿ ਇਸ ਦੇ ਵਿੱਚ ਖਦਸ਼ੇ ਹੈ, ਕੋਈ ਵੱਡੀ ਗੱਲ ਨਹੀਂ, ਪਰ ਇਸ ਤਰ੍ਹਾਂ ਦੇ ਚਾਂਸਸ ਬਹੁਤ ਘੱਟ ਹੁੰਦੇ ਆ। ਸੋ ਜਿੰਨਾ ਚਿਰ ਕਾਨੂੰਨੀ ਰੂਪ ਦੇ ਵਿੱਚ ਇਹ ਪਾਸ ਨਹੀਂ ਹੁੰਦੇ ਉਨਾ ਚਿਰ ਇਹ ਮੁੱਦਾ ਜਿਹੜੀਆਂ ਆ ਉਹ ਅਜੇ ਸਿਰਫ ਲਿਖਤੀ ਰੂਪ ਦੇ ਵਿੱਚ ਇੱਕ ਸਮਝੌਤੇ ਦੇ ਰੂਪ ਵਿੱਚ